ਹੈਲੋ ਦੋਸਤੋ, ਅੱਜ ਅਸੀਂ ਕਰਨ ਜਾ ਰਹੇ ਹਾਂ 10ਵੀਂ ਜਮਾਤ ਦੇ ਪੰਜਾਬੀ ਬੀ ਦੇ ਮਹੱਤਵਪੂਰਨ ਪਾਠਕ੍ਰਮ ਦੇ ਜਿਹੜੇ ਪ੍ਰਸ਼ਨ ਹੈਗੇ ਉਹ ਅੱਜ ਅਸੀਂ ਕਰਨ ਜਾ ਰਹੇ 10ਵੀਂ ਬੀ ਦੇ। ਦੋਸਤੋ ਆਹ ਦੇਖ ਲਓ, ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਇਹ ਜਿਹੜਾ ਪ੍ਰੋਵਾਈਡ ਕੀਤਾ ਗਿਆ ਆ। ਆਹ ਦੇਖੋ ਦੋਸਤੋ, ਆਹ ਸਿਲੇਬਸ ਹੈਗਾ ਜਿਹੜਾ 10ਵੀਂ ਬੀ ਦਾ, ਠੀਕ ਹੈ। ਆ ਰਿਹਾ ਸਿਲੇਬਸ, ਠੀਕ ਹੈ। ਇਹਦੇ ਵਿੱਚੋਂ ਜਿਹੜੇ ਹੈਗੇ ਉਹ ਇੱਕ ਜਾਂ ਦੋ ਸ਼ਬਦਾਂ ਵਾਲੇ ਜਿਹੜੇ ਦੋ ਪ੍ਰਸ਼ਨ ਆਉਣੇ ਅਤੇ ਸਹੀ ਗਲਤ ਵਾਲੇ ਦੋ ਕਥਨ ਆ ਜਾਣੇ ਅਤੇ ਖਾਲੀ ਥਾਵਾਂ ਜਿਹੜੇ ਆ ਜਾਣੇ, ਠੀਕ ਹੈ। ਇਹਨਾਂ ਵਿੱਚ ਜਿਹੜੇ 5 ਨੰਬਰ ਦੇ ਜਿਹੜੇ ਕੁਐਸਚਨ ਹੈਗੇ ਉਹ ਅੱਜ ਅਸੀਂ ਕਰਨ ਜਾ ਰਹੇ ਹਾਂ ਕਿ ਕਿਹੜੇ ਕਿਹੜੇ ਜਿਹੜੇ ਕੁਐਸਚਨ ਆ ਉਹ ਬਣ ਸਕਦੇ ਨੇ, ਠੀਕ ਹੈ। ਸੋ ਪਹਿਲਾ ਕੁਐਸਚਨ ਆ, ਠੀਕ ਹੈ, ਪਹਿਲਾ ਕੁਐਸਚਨ ਆ ਕਿ ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਢੁਕਵੀਂ ਹੈ। ਦੋਸਤੋ ਜਿਹੜੀ ਪੰਜਾਬੀ ਭਾਸ਼ਾ ਦੇ ਲਈ ਆ ਜਿਹੜੀ ਕਿਹੜੀ ਲਿਪੀ ਜਿਹੜੀ ਢੁਕਵੀਂ ਆ, ਉਹ ਗੁਰਮੁਖੀ ਲਿਪੀ ਜਿਹੜੀ ਹੈਗੀ ਉਹ ਢੁਕਵੀਂ ਹੈ ਪੰਜਾਬੀ ਭਾਸ਼ਾ ਦੇ ਲਈ, ਠੀਕ ਹੈ। ਹੁਣ ਦੂਸਰਾ ਪ੍ਰਸ਼ਨ ਹੈ ਕਿ ਵਿਆਕਰਨ ਦੇ ਜਿਸ ਭਾਗ ਵਿੱਚ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ ਉਸਨੂੰ ਕੀ ਕਹਿੰਦੇ ਹਨ। ਦੋਸਤੋ ਵਿਆਕਰਨ ਦੇ ਜਿਸ ਭਾਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਉਸਨੂੰ ਧੁਨੀ ਬੋਧ, ਅਤੇ ਜਿਸ ਵਿੱਚ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਉਸਨੂੰ ਸ਼ਬਦ ਬੋਧ, ਅਤੇ ਜਿਸ ਵਿੱਚ ਅਰਥਾਂ ਦਾ ਅਧਿਐਨ ਹੁੰਦਾ ਹੈ ਉਸਨੂੰ ਅਰਥਬੋਧ ਕਹਿੰਦੇ ਹਨ, ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਦੇਖਦੇ ਹਾਂ ਕਿ ਜਿਸ ਸ਼ਬਦ ਦੇ ਇੱਕ ਤੋਂ ਵੱਧ ਅਤੇ ਵੱਖ-ਵੱਖ ਅਰਥ ਹੋਣ ਉਸ ਨੂੰ ਕੀ ਕਹਿੰਦੇ ਹਨ, ਠੀਕ ਹੈ। ਕਹਿੰਦੇ ਕਿ ਇੱਕ ਕੋਈ ਸ਼ਬਦ ਹੈਗਾ ਉਸ ਤੋਂ ਕਹਿੰਦੇ ਕਿ ਉਸਦੇ ਅਲੱਗ-ਅਲੱਗ ਅਰਥ ਹੋਣ ਤਾਂ ਉਸ ਨੂੰ ਕੀ ਕਹਿੰਦੇ ਨੇ, ਉਸ ਨੂੰ ਕਹਿੰਦੇ ਕਿ ਬਹੁਆਰਥਕ ਸ਼ਬਦ, ਠੀਕ ਹੈ। ਬਹੁਆਰਥਕ ਸ਼ਬਦ ਉਸ ਨੂੰ ਕਹਿੰਦੇ ਆ ਜਿਨ੍ਹਾਂ ਦੇ ਅਲੱਗ-ਅਲੱਗ ਅਰਥ ਹੋਣ, ਠੀਕ ਹੈ। ਉਸ ਤੋਂ ਬਾਅਦ ਹੈਗਾ ਕੁਐਸਚਨ ਕਿ ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਜਿਹੜੀਆਂ ਉਹ ਪ੍ਰਵਾਨਿਤ ਹਨ। ਸਾਡੇ ਸੰਵਿਧਾਨ ਦੇ ਵਿੱਚ 22 ਭਾਸ਼ਾਵਾਂ ਜਿਹੜੀਆਂ ਉਹ ਪ੍ਰਵਾਨਿਤ ਹਨ, ਠੀਕ ਹੈ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਕਿ ਸਵਰ ਅੱਖਰ ਕਿਹੜੇ ਹਨ। ਕਿਹੜੇ ਸਵਰ ਹਨ? ਊੜਾ, ਐੜਾ ਅਤੇ ਈੜੀ ਜਿਹੜੇ ਹੈ ਇਹ ਸਾਡੇ ਸਵਰ ਹਨ ਅਤੇ ਬਾਕੀ ਸਾਰੇ ਕੀ ਹਨ? ਵਿਅੰਜਨ, ਠੀਕ ਹੈ। ਹੁਣ ਕਹਿੰਦੇ ਕਿ ਪ੍ਰਸ਼ਨ ਨੰਬਰ 6 ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ। ਸੋ ਦੋਸਤੋ ਗੁਰਮੁਖੀ ਦੇ ਵਿੱਚ 10 ਲਗਾਂ ਜਿਹੜੀ ਹੈਗੀ ਆ ਉਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ, ਠੀਕ ਹੈ। ਅਗਲਾ ਕੁਐਸਚਨ ਹੈ ਕਿ ਗੁਰਮੁਖੀ ਲਿਪੀ ਵਿੱਚ ਕਿੰਨੇ ਲਗਾਖਰ ਹੁੰਦੇ ਹਨ। ਗੁਰਮੁਖੀ ਲਿਪੀ ਦੇ ਵਿੱਚ ਜਿਹੜੇ ਆ ਉਹ 3 ਲਗਾਖਰ ਹੁੰਦੇ ਹਨ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਊੜਾ ਨਾਲ ਕਿਹੜੀਆਂ ਲਗਾਂ ਦੀ ਵਰਤੋਂ ਹੁੰਦੀ ਹੈ, ਠੀਕ ਹੈ। ਹੁਣ ਲਗਾਵਾਂ ਜਿਹੜੀਆਂ ਹੁੰਦੀਆਂ ਹਨ ਪਤਾ ਹੀ ਹੈ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਠੀਕ ਹੈ। ਤਾਂ ਕਹਿੰਦੇ ਕਿ ਊੜਾ ਦੇ ਨਾਲ ਕਿਹੜੀਆਂ ਜਿਹੜੀ ਲਗਾ ਹੈਗੀ ਉਹ ਵਰਤੋਂ ਹੁੰਦੀ ਹੈ, ਠੀਕ ਹੈ। ਸੋ ਊੜਾ ਦੇ ਨਾਲ ਜਿਹੜਾ ਹੈਗਾ ਔਂਕੜ ਦੀ ਵਰਤੋਂ ਹੁੰਦੀ ਹੈ, ਔਂਕੜ। ਉਸ ਤੋਂ ਬਾਅਦ ਦੁਲੈਂਕੜ ਦੀ ਵਰਤੋਂ ਹੁੰਦੀ ਹੈ ਅਤੇ ਇੱਕ ਹੋੜਾ, ਠੀਕ ਹੈ। ਸੋ ਹੋੜਾ ਦੀ ਜਿਹੜੀ ਉਹ ਵਰਤੋਂ ਹੁੰਦੀ ਹੈ, ਠੀਕ ਹੈ, ਊੜਾ ਦੇ ਨਾਲ। ਸੋ ਇਹ ਜਿਹੜੇ 3 ਹੈਗੇ ਔਂਕੜ, ਦੁਲੈਂਕੜ ਅਤੇ ਹੋੜਾ ਲਗਾ ਦੀ ਜਿਹੜੀ ਵਰਤੋਂ ਉਹ ਊੜਾ ਦੇ ਨਾਲ ਹੁੰਦੀ ਹੈ, ਠੀਕ ਹੈ। ਹੁਣ ਅਗਲਾ ਕੁਐਸਚਨ ਹੈ ਕਿ ਪੰਜਾਬੀ ਵਿੱਚ ਫਾਰਸੀ ਸ਼ਬਦ ਨੂੰ ਲਿਖਣ ਲਈ ਕਿੰਨੀਆਂ ਨਵੀਆਂ ਧੁਨੀਆਂ ਜਿਹੜੀਆਂ ਸ਼ਾਮਿਲ ਕੀਤੇ ਗਏ ਨੇ। ਕਿਹੜੀਆਂ ਨਵੀਆਂ ਧੁਨੀਆਂ? ਜਿਹੜੀਆਂ 5 ਨਵੀਆਂ ਧੁਨੀਆਂ ਜਿਹੜਾ ਸ਼ਾਮਿਲ ਕੀਤੀਆਂ ਗਈਆਂ ਹਨ। ਸਸਪਰ ਬਿੰਦੀ ਸ਼ਾਮਿਲ ਹੈ, ਖੱਪਰ ਬਿੰਦੀ ਅਤੇ ਲਲਪਰ ਬਿੰਦੀ ਅਤੇ ਸਸਪਰ ਬਿੰਦੀ ਸ਼ਾਮਿਲ ਅਤੇ ਜਜਪਰ ਬਿੰਦੀ ਅਤੇ ਫੱਫਰ ਬਿੰਦੀ, ਠੀਕ ਹੈ। ਇਹ ਜਿਹੜੀਆਂ ਹਨ 5 ਫਾਰਸੀ ਭਾਸ਼ਾਵਾਂ ਦੇ ਜਿਹੜੇ ਸ਼ਬਦ ਹੈਗੇ ਉਹ ਜੋੜਿਆ ਗਿਆ ਹੈ। ਕਿੰਨੇ ਹਨ? 5। ਹੁਣ ਕਹਿੰਦੇ ਅਗਲਾ ਕੁਐਸਚਨ ਹੈ ਕਿ ਬੀਤੇ ਚੁੱਕੇ ਸਮੇਂ ਨੂੰ ਕੀ ਕਹਿੰਦੇ ਹਨ। ਜਿਹੜਾ ਸਮਾਂ ਬੀਤ ਚੁੱਕਾ ਹੋਵੇ ਉਸ ਨੂੰ ਕੀ ਕਹਿੰਦੇ ਹਨ? ਭੂਤਕਾਲ। ਅਤੇ ਜਿਹੜਾ ਹੁਣ ਚੱਲ ਰਿਹਾ ਹੈ ਉਸ ਨੂੰ ਕੀ ਕਹਿੰਦੇ ਹਨ? ਵਰਤਮਾਨ ਕਾਲ। ਅਤੇ ਜਿਹੜਾ ਆਉਣ ਵਾਲਾ ਉਸ ਨੂੰ ਭਵਿੱਖ ਕਾਲ ਕਹਿੰਦੇ ਹਨ, ਠੀਕ ਹੈ। ਹੁਣ ਕਹਿੰਦੇ ਕਿ ਵਿਰਾਮ ਚਿੰਨ੍ਹ ਜਿਹੜਾ ਨਿਸ਼ਾਨ ਦਿੱਤਾ ਗਿਆ ਇਸ ਤਰ੍ਹਾਂ ਦਾ ਇਹ ਕਿਸ ਚੀਜ਼ ਦਾ ਨਿਸ਼ਾਨ ਹੈ? ਇਸ ਨੂੰ ਕੀ ਕਹਿੰਦੇ ਹਨ? ਕਿ ਇਹ ਪ੍ਰਸ਼ਨਵਾਚਕ ਹੈ ਕਿ ਇਹ ਕਿਹੜਾ ਨਿਸ਼ਾਨ ਹੈ? ਇਸ ਨੂੰ ਵਿਸਮਿਕ ਚਿੰਨ੍ਹ ਕਹਿੰਦੇ ਹਨ, ਠੀਕ ਹੈ। ਇਸ ਨੂੰ ਵਿਸਮਿਕ ਚਿੰਨ੍ਹ ਅਤੇ ਇਸ ਨੂੰ ਪ੍ਰਸ਼ਨਵਾਚਕ, ਠੀਕ ਹੈ। ਪੰਜਾਬੀ ਧੁਨੀਆਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਨੇ। ਦੋਸਤੋ ਪੰਜਾਬੀ ਧੁਨੀਆਂ ਜਿਹੜੀਆਂ ਉਹ 2 ਪ੍ਰਕਾਰ ਦੀਆਂ ਹੁੰਦੀਆਂ ਹਨ, ਠੀਕ ਹੈ। ਹੁਣ ਕਹਿੰਦੇ ਕਿ ਈੜੀ ਨਾਲ ਕਿੰਨੀਆਂ ਲਗਾਂ ਦੀ ਵਰਤੋਂ ਹੁੰਦੀ ਹੈ। ਈੜੀ ਨਾਲ 3 ਲਗਾਵਾਂ ਦੀ ਵਰਤੋਂ ਹੁੰਦੀ ਹੈ, ਠੀਕ ਹੈ। ਜਿੱਦਾਂ ਈੜੀ ਨਾਲ ਸਿਹਾਰੀ ਆ ਗਿਆ ਅਤੇ ਈੜੀ ਨਾਲ ਬਿਹਾਰੀ ਆ ਗਿਆ। ਅਤੇ ਤੁਸੀਂ ਤੀਸਰਾ ਆਪ ਕਮੈਂਟ 'ਚ ਦੱਸੋ ਕਿ ਤੀਸਰਾ ਕਿਹੜਾ ਹੋ ਸਕਦਾ ਹੈ, ਕਿਹੜੀ ਲਗਾ ਹੋ ਸਕਦੀ ਹੈ ਜਿਹੜਾ ਈੜੀ ਦੇ ਨਾਲ ਲੱਗਦੀ ਹੈ, ਠੀਕ ਹੈ। ਹੁਣ ਅਗਲਾ ਕੁਐਸਚਨ ਹੈ ਕਿ ਫਤਿਹਗੜ੍ਹ ਸਾਹਿਬ, ਮੁਕਤਸਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਹੜੀ ਉਪਭਾਸ਼ਾ ਜਿਹੜੀ ਹੈ ਉਹ ਬੋਲੀ ਜਾਂਦੀ ਹੈ, ਠੀਕ ਹੈ। ਕਹਿੰਦੇ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ। ਫਤਿਹਗੜ੍ਹ ਸਾਹਿਬ, ਮੁਕਤਸਰ, ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਮਲਵਈ ਜਿਹੜੀ ਆ ਉਪਭਾਸ਼ਾ ਜਿਹੜੀ ਆ ਵਰਤੋਂ ਜਾਂਦੀ ਹੈ, ਠੀਕ ਹੈ। ਕਹਿੰਦੇ ਕਿ ਉਹ ਕਿਹੜਾ ਅੱਖਰ ਹੈ ਜਿਸ ਨਾਲ ਹੋੜਾ ਲਾਉਣ ਨਾਲ ਉਸ ਦਾ ਮੂੰਹ ਜਿਹੜਾ ਉਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ। ਸੋ ਇਹ ਜਿਹੜਾ ਊੜਾ ਹੈਗਾ ਜਿਸ ਨੂੰ ਹੋੜਾ ਲਾਉਣ ਦੇ ਨਾਲ ਇਸ ਦਾ ਮੂੰਹ ਜਿਹੜਾ ਉਹ ਖੁੱਲ੍ਹਾ ਕਰ ਦਿੱਤਾ ਜਾਂਦਾ ਹੈ ਜਾਂ ਹੋ ਜਾਂਦਾ ਹੈ, ਠੀਕ ਹੈ, ਜਦੋਂ ਹੋੜਾ ਲਾਉਂਦੇ ਆ ਊੜਾ ਦੇ ਨਾਲ, ਠੀਕ ਹੈ। ਕਹਿੰਦੇ ਹੇਠ ਲਿਖਿਆਂ ਲਗਾਂ ਵਿੱਚੋਂ ਕਿਹੜੀ ਅੱਖਰ ਤੋਂ ਪਹਿਲਾਂ ਪਾਈ ਜਾਂਦੀ ਹੈ, ਠੀਕ ਹੈ। ਤੋ ਸਿਹਾਰੀ ਜਿਹੜੀ ਹੈਗੀ ਉਹ ਕੋਈ ਵੀ ਅੱਖਰ ਤੋਂ ਪਹਿਲਾਂ ਜਿਹੜੀ ਆ ਉਹ ਸਿਹਾਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ, ਠੀਕ ਹੈ। ਸਿਹਾਰੀ ਕੋਈ ਵੀ ਅੱਖਰ ਹੋ ਗਿਆ, ਠੀਕ ਹੈ। ਈੜੀ, ਠੀਕ ਹੈ, ਜਿੱਦਾਂ ਸਿਹਾਰੀ,
ठीक है, सिहारी। ठीक है, तो कोई भी अखर तो पहला जो अखर पाया जाता उसनों की कहते हैं सिहारी। ठीक है, ਹੁਣ ਕਹਿੰਦੇ कि दो अखਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਕੀ ਕਹਿੰਦੇ ਹਨ? ਦੋ ਅੱਖਰਾਂ ਦੇ ਮੇਲ ਤੋਂ ਬਣੇ ਅੱਖਰ ਨੂੰ ਦੁੱਤ ਅੱਖਰ ਕਹਿੰਦੇ ਹਨ। ਠੀਕ ਹੈ, ਉਸ ਤੋਂ ਬਾਅਦ ਹੈ ਕਿ ਅਦਕ ਦੀ ਵਰਤੋਂ ਕਿਹੜੀ ਕਿਹੜੀ ਲਗਾ ਨਾਲ ਹੁੰਦੀ ਹੈ? ਕਿਹੜੀ ਕਿਹੜੀ ਲਗਾ ਨਾਲ ਹੁੰਦੀ ਹੈ? ਇੱਕ ਤਾਂ ਹੋ ਗਿਆ ਮੁਕਤਾ, ठीक है, मुक्ता। दूसरा है कि सिहारी, तो हो गया औंकड़। ठीक है ना, मुक्ता, मुक्ता यानी जोड़ा एक सिंपल जो लाइन होंगे वो। ठीक है, मुक्ता, सिहारी अते औंकड़। ठीक है ना, औंकड़ दे नाल जिहड़ी है वो किस दी वरतों होंदी है? अदक दी वरतों होंदी है, औंकड़। ठीक है, ਹੁਣ ਆਇਆ कि ਜਿਹੜੇ ਨਾਮ ਗੇੜਨਯੋਗ ਚੀਜ਼ਾਂ ਦੇ ਸਮੂਹ ਜਾਂ ਇਕੱਠ ਲਈ ਵਰਤੇ ਜਾਂ ਉਹਨਾਂ ਨੂੰ ਕੀ ਕਹਿੰਦੇ ਹਨ? ਉਹਨਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਹਨ। ਜਿਹੜੇ ਕਿਸੇ ਇਕੱਠ ਦੇ ਬਾਰੇ ਦੱਸਣ ਉਸਨੂੰ ਕੀ ਕਹਿੰਦਾ? ਇਕੱਠਵਾਚਕ ਨਾਮ। ਠੀਕ ਹੈ, ਕਿਸੇ ਭਾਸ਼ਾ ਵਿੱਚ ਕੰਮ ਕਰਦੇ ਨਿਯਮਾਂ ਨੂੰ ਸਮਝਣ ਵਾਲੀ ਵਿਦਿਆ ਨੂੰ ਕੀ ਕਹਿੰਦੇ ਹਨ? ਉਸਨੂੰ ਵਿਆਕਰਨ ਕਹਿੰਦੇ ਹਨ। ਠੀਕ ਹੈ, ਕਿਸੇ ਵੀ ਭਾਸ਼ਾ ਦੇ ਨਿਯਮ ਨੂੰ ਸਮਝਣਾ ਹੋਵੇ ਤਾਂ ਉਸ ਦੇ ਵਿਦਿਆ ਨੂੰ ਕੀ ਕਹਿੰਦੇ ਹਨ? ਉਸਨੂੰ ਵਿਆਕਰਨ ਕਹਿੰਦੇ ਹਨ। ਠੀਕ ਹੈ, ਉਸ ਤੋਂ ਬਾਅਦ ਆ ਗਿਆ ਕਿ ਵਿਆਕਰਨ ਦੇ ਕਿੰਨੇ ਮੁੱਖ ਅੰਗ ਹਨ? ਵਿਆਕਰਨ ਦੇ 3 ਮੁੱਖ ਅੰਗ ਹਨ, ਧੁਨੀ ਬੋਧ, ਸ਼ਬਦ ਬੋਧ ਤੇ ਵਾਕ ਬੋਧ। ਤੇ ਜਿਹੜੇ ਧੁਨੀਆਂ ਦਾ ਅਧਿਐਨ ਕਰਾਉਂਦੇ ਹਨ ਉਸਨੂੰ ਧੁਨੀ ਬੋਧ, ਜਿਹੜੇ ਸ਼ਬਦਾਂ ਦਾ ਅਧਿਐਨ ਕਰਾਉਂਦੇ ਉਹਨਾਂ ਨੂੰ ਸ਼ਬਦ ਬੋਧ, ਤੇ ਜਿਹੜੇ ਵਾਕਾਂ ਦਾ ਅਧਿਐਨ ਕਰਾਉਂਦੇ ਹਨ ਉਸਨੂੰ ਵਾਕ ਬੋਧ ਕਹਿੰਦੇ ਹਨ। ਠੀਕ ਹੈ, ਹੁਣ ਅਗਲਾ ਕੁਐਸਚਨ ਆਇਆ ਕਿ ਵਿਆਕਰਨ ਦੇ ਜਿਸ ਅੰਗ ਅਧੀਨ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਉਸਨੂੰ ਕੀ ਕਹਿੰਦੇ ਹਨ? ਧੁਨੀ ਬੋਧ। ਵਿਆਕਰਨ ਦੇ ਜਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਉਸਨੂੰ ਕੀ ਕਹਿੰਦੇ ਹਨ? ਸ਼ਬਦ ਬੋਧ ਜਾਂ ਫਿਰ ਸ਼ਬਦ ਵਿਗਿਆਨ ਵੀ ਕਹਿ ਸਕਦੇ ਨੇ। ਠੀਕ ਹੈ, ਉਸ ਤੋਂ ਬਾਅਦ ਅਗਲਾ ਕੁਐਸਚਨ ਆ ਗਿਆ ਕਿ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ? ਕਿਹੜੀ ਚੀਜ਼ ਦੀ ਮਹੱਤਤਾ ਹੈ ਜੀ? ਵਿਆਕਰਨ ਦੀ ਜਿਹੜੀ ਆ ਉਹ ਬਹੁਤ ਹੀ ਮਹੱਤਤਾ ਹੈ, ਕਿਉਂਕਿ ਵਿਆਕਰਨ ਦੇ ਨਾਲ ਹੀ ਸਾਨੂੰ ਕਿਸੇ ਚੀਜ਼ ਦੇ, ਠੀਕ ਹੈ, ਕਿਸੇ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਰੂਪ ਸਮਝਣ ਵਿੱਚ ਆਸਾਨੀ ਹੁੰਦੀ ਹੈ। ਠੀਕ ਹੈ, ਅਗਲਾ ਕੁਐਸਚਨ ਹੈ ਕਿਹੜੀ ਭਾਸ਼ਾ ਦੇ ਨਿਯਮ ਬਹੁਤੇ ਭਿੱਡੇ ਨਹੀਂ ਹੁੰਦੇ? ਬੋਲ ਚਾਲ ਦੀ ਜਿਹੜੀ ਭਾਸ਼ਾ ਹੈ ਇਸ ਦੇ ਜਿਹੜੇ ਨਿਯਮ ਉਹ ਬਹੁਤ ਜ਼ਿਆਦਾ ਭਿੱਡੇ ਨਹੀਂ ਹੁੰਦੇ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਜਿਸ ਸ਼ਬਦ ਦੇ ਅਰਥ ਹੋਣ ਉਸਨੂੰ ਕੀ ਕਹਿੰਦੇ ਹਨ? ਜਿਸ ਸ਼ਬਦ ਦੇ ਅਰਥ ਹੋਣ ਉਸਨੂੰ ਸਾਰਥਕ, ਅਤੇ ਜਿਸ ਸ਼ਬਦ ਦੇ ਅਰਥ ਨਾ ਹੋਣ ਉਸਨੂੰ ਨਿਰਾਰਥਕ ਕਹਿੰਦੇ ਹਨ। ਠੀਕ ਹੈ, ਅਗਲਾ ਹੈ ਮਨੁੱਖਾਂ ਦੇ ਬੋਲਾਂ ਰਾਹੀਂ ਆਪਸੀ ਵਿਚਾਰ ਵਟਾਂਦਰੇ ਅਤੇ ਸੰਚਾਰ ਦੇ ਸਾਧਨਾਂ ਨੂੰ ਕੀ ਕਹਿੰਦੇ ਹਨ? ਭਾਸ਼ਾ ਜਾਂ ਫਿਰ ਬੋਲੀ ਕਹਿੰਦੇ ਹਨ, ਜਿਸ ਨਾਲ ਜਿਹੜੇ ਲੋਕ ਆ ਆਪਣੀ ਗੱਲਾਂ ਨੂੰ ਇੱਕ ਦੂਸਰੇ ਦੇ ਸਾਹਮਣੇ ਪ੍ਰਗਟ ਕਰਦੇ ਹਨ। ਠੀਕ ਹੈ, ਉਸ ਤੋਂ ਬਾਅਦ ਇਹ ਕਹਿੰਦੇ ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ? ਦੋਸਤੋ ਬੋਲੀ 2 ਪ੍ਰਕਾਰ ਦੀ ਹੁੰਦੀ ਹੈ। ਉਹ ਬੋਲੀ ਕਿਹੜੀ ਕਿਹੜੀ ਹੁੰਦੀ ਉਹ ਤੁਸੀਂ ਕਮੈਂਟ ਸੈਕਸ਼ਨ 'ਤੇ ਬਤਾਓ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਮੂੰਹ ਰਾਹੀਂ ਬੋਲਣ ਵਾਲਾ ਭਾਸ਼ਾ ਦਾ ਰੂਪ ਕੀ ਅਖਵਾਉਂਦਾ ਹੈ? ਜਦੋਂ ਅਸੀਂ ਮੂੰਹ ਰਾਹੀਂ ਬੋਲਦੇ ਤਾਂ ਉਸਨੂੰ ਕੀ ਕਹਿੰਦੇ ਹਨ? ਮੌਖਿਕ। ਠੀਕ ਹੈ, ਅਤੇ ਜਿਹੜਾ ਅਸੀਂ ਲਿਖ ਕੇ ਪ੍ਰਗਟ ਕਰਦੇ ਆ ਉਸਨੂੰ ਕੀ ਕਹਿੰਦੇ ਹਨ? ਉਹ ਤੁਸੀਂ ਆਪ ਦੱਸਣਾ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਪੰਜਾਬੀ ਨੂੰ ਪੰਜਾਬ ਵਿੱਚ ਕੀ ਦਰਜਾ ਪ੍ਰਾਪਤ ਹੈ? ਸੋ ਪੰਜਾਬੀ ਨੂੰ ਪੰਜਾਬ ਦੇ ਵਿੱਚ ਜਿਹੜਾ ਉਹ ਰਾਜ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਪੰਜਾਬ ਦੀ ਟਕਸਾਲੀ ਭਾਸ਼ਾ ਦਾ ਆਧਾਰ ਕਿਹੜੀ ਭਾਸ਼ਾ ਹੈ? ਜਿਹੜੀ ਮਾਝੀ ਭਾਸ਼ਾ ਆ ਉਹ ਹੈ ਟਕਸਾਲੀ ਭਾਸ਼ਾ ਦਾ ਜਿਹੜਾ ਆਧਾਰ ਆ ਉਹ ਮਾਝੀ ਭਾਸ਼ਾ ਹੈ। ਠੀਕ ਹੈ, ਅਗਲਾ ਹੈ ਕਹਿੰਦੇ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੁੰਦੀ ਹੈ? ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਜਿਹੜੀ ਉਹ ਧੁਨੀ ਹੁੰਦੀ ਹੈ। ਠੀਕ ਹੈ, ਧੁਨੀ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਠੀਕ ਹੈ, ਉਸ ਤੋਂ ਬਾਅਦ ਆਇਆ ਕਿ ਧੁਨੀਆਂ ਦਾ ਕੀ ਅਰਥ ਹੈ? ਧੁਨੀਆਂ ਦਾ ਭਾਵ ਹੈ ਕਿ ਆਵਾਜ਼। ਠੀਕ ਹੈ ਨਾ, ਆਵਾਜ਼ ਜਿਹੜੀ ਕਿਸ ਤਰ੍ਹਾਂ ਨਿਕਲਦੀ ਉਸਨੂੰ ਕੀ ਕਹਿੰਦੇ? ਧੁਨੀ। ਜਿਸ ਧੁਨੀ ਦੇ ਉਚਾਰਨ ਸਮੇਂ ਸਾਹ ਜਿਹੜਾ ਆ ਉਹ ਮੂੰਹ ਤੋਂ ਬੇਰੋਕੇ ਬਾਹਰ ਨਿਕਲਦਾ ਹੈ ਤਾਂ ਉਸਨੂੰ ਕੀ ਕਹਿੰਦੇ ਹਨ? ਉਸਨੂੰ ਸਵਰ ਕਹਿੰਦੇ ਆ। ਠੀਕ ਹੈ, ਬੇਰੋਕੇ ਜਿਹੜਾ ਸਾਹ ਬਾਹਰ ਨਿਕਲੀ ਜਾਵੇ ਜਦੋਂ ਆਪਾਂ ਉਚਾਰਨ ਕਰਦੇ ਹਾਂ ਤਾਂ ਉਸਨੂੰ ਕੀ ਕਹਿੰਦੇ ਹਨ? ਸਵਰ। ਠੀਕ ਹੈ, ਉਸ ਤੋਂ ਬਾਅਦ ਆਇਆ ਕਿ ਕਿਸ ਨੂੰ ਪੰਜਾਬੀ ਭਾਸ਼ਾ ਦਾ ਪਹਿਰਾਵਾ ਵੀ ਕਿਹਾ ਜਾਂਦਾ ਹੈ? ਸੋ ਲਿਪੀ ਨੂੰ ਪੰਜਾਬੀ ਭਾਸ਼ਾ ਦਾ ਪਹਿਰਾਵਾ ਕਿਹਾ ਜਾਂਦਾ ਹੈ। ਕਹਿੰਦੇ ਜਿਹਨਾਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਉਸ ਨੂੰ ਕੀ ਕਹਿੰਦੇ ਹਨ? ਹੁਣ ਕਹਿੰਦੇ ਉੱਥੇ ਪਹਿਲਾਂ ਕੀ ਰੁਕਾਵਟ, ਥੋੜ੍ਹੀ ਬਹੁਤੀ ਰੁਕਾਵਟ ਆਉਂਦੀ ਸੀ, ਲੇਕਿਨ ਇੱਥੇ ਕਹਿੰਦੇ ਕਿ ਕੋਈ ਰੁਕਾਵਟ ਨਹੀਂ ਆਉਂਦੀ ਅਤੇ ਫਿਰ ਇਸ ਨੂੰ ਕੀ ਕਹਿੰਦੇ ਹਨ? ਇਸ ਨੂੰ ਸਵਰ ਧੁਨੀਆਂ ਕਹਿੰਦੇ ਹਨ। ਅਗਲਾ ਕੁਐਸਚਨ ਹੈ ਕਿ ਜਿਹੜੀਆਂ ਧੁਨੀਆਂ ਨੂੰ ਬੋਲਣ ਸਮੇਂ ਉਚਾਰਨ ਅੰਗ ਥੋੜ੍ਹੀ ਬਹੁਤ ਰੁਕਾਵਟ ਪਾਉਂਦਾ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ? ਵਿਅੰਜਕ ਧੁਨੀਆਂ। ਠੀਕ ਹੈ, ਅਗਲਾ ਕੁਐਸਚਨ ਹੈ ਕਿ ਦੂਜੇ ਅੱਖਰ ਦੇ ਪੈਰਾਂ ਵਿੱਚ ਲਿਖੇ ਜਾਣ ਵਾਲੇ ਅੱਖਰਾਂ ਨੂੰ ਕੀ ਕਹਿੰਦੇ ਹਨ? ਜਿਨ੍ਹਾਂ ਨੂੰ ਕਿਸੇ ਦੂਸਰੇ ਅੱਖਰ ਦੇ ਪੈਰਾਂ ਦੇ ਵਿੱਚ ਲਿਖਦੇ ਹਨ, ਜਿਵੇਂ ਵਰੇ। ਠੀਕ ਹੈ, ਸੋ ਵਰੇ ਦੇ ਪੈਰਾਂ ਵਿੱਚ ਰਾਰਾ ਆ ਗਿਆ, ਵਰੇ। ਠੀਕ ਹੈ, ਇਸ ਤਰ੍ਹਾਂ ਦੇ ਅੱਖਰ ਵਿੱਚ ਜਿਹੜੇ ਪੈਰਾਂ ਵਿੱਚ ਜਿਹੜੇ ਲਿਖੇ ਜਾਣ ਵਾਲਾ ਹੈ ਉਸ ਨੂੰ ਕੀ ਕਹਿੰਦੇ ਹਨ? ਦੁੱਤ ਅੱਖਰ। ਠੀਕ ਹੈ, ਹੁਣ ਉਸ ਤੋਂ ਬਾਅਦ ਆਇਆ ਕਿ ਗੁਰਮੁਖੀ ਲਿਪੀ ਵਿੱਚ ਲਗਾਂ ਜਾਂ ਮਾਤਰਾਵਾਂ ਕਿੰਨੀਆਂ ਹੁੰਦੀਆਂ ਹਨ? ਗੁਰਮੁਖੀ ਦੇ ਵਿੱਚ ਜਿਹੜੀਆਂ 10 ਲਗਾਵਾਂ ਹੁੰਦੀਆਂ ਹਨ। ਠੀਕ ਹੈ, ਕੰਨਾ, ਸਿਆਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਵਾ, ਦੁਲਾਵਾ, ਹੋੜਾ, ਕਨੌਣਾ। ਠੀਕ ਹੈ, ਇਹ ਕੀ ਹੈ? 10 ਜਿਹੜੀਆਂ ਹਨ ਉਹ ਲਗਾਵਾਂ ਮਾਤਰਾਵਾਂ ਹੁੰਦੀਆਂ।
ਜਿਸ ਲਗਾ ਅੱਖਰ ਦੀ ਵਰਤੋਂ ਕਿਸੇ ਅੱਖਰ ਦੀ ਆਵਾਜ਼ ਦੁੱਗਣੀ ਕਰਨ ਲਈ ਕੀਤੀ ਜਾਂਦੀ ਉਸ ਨੂੰ ਕੀ ਕਹਿੰਦਾ ਹੈ। ਮਤਲਬ ਕੋਈ ਇੱਕ ਅਜਿਹਾ ਅੱਖਰ ਹੈਗਾ ਜੋ ਦੁੱਗਣੀ ਆਵਾਜ਼ ਕਰਨ ਦੇ ਲਈ ਕੀਤਾ ਜਾਂਦਾ ਹੈ, ਉਹ ਕਿਹੜਾ ਅੱਖਰ ਹੈ? ਉਹ ਅੱਧਕ ਹੈ, ਠੀਕ ਹੈ, ਜਿਸ ਦੀ ਵਰਤੋਂ ਦੁੱਗਣੀ ਆਵਾਜ਼ ਕਰਨ ਲਈ ਕੀਤਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਕਿ ਅੱਖਰਾਂ ਤੋਂ ਸ਼ਬਦ ਬਣਾਉਣ ਲਈ ਮਾਤਰਾਵਾਂ ਦੇ ਨਾਲ ਵਰਤੇ ਜਾਂਦੇ ਸਹਾਇਕ ਚਿੰਨ੍ਹਾਂ ਨੂੰ ਕੀ ਆਖਦੇ ਹਨ, ਠੀਕ ਹੈ। ਹੁਣ ਕਹਿੰਦੇ ਕਿ ਅੱਖਰਾਂ ਤੋਂ ਸ਼ਬਦ, ਜਦੋਂ ਅਸੀਂ ਅੱਖਰਾਂ ਤੋਂ ਸ਼ਬਦ ਬਣਾਉਂਦੇ ਹਨ ਅਤੇ ਮਾਤਰਾਵਾਂ ਦੇ ਨਾਲ ਜਿਹੜੇ ਸਹਾਇਕ ਚਿੰਨ੍ਹ ਜਿਹੜੇ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ? ਲਗਾਖਰ। ਜਿਹੜੇ ਸਹਾਇਕ ਚਿੰਨ੍ਹ ਵਰਤੇ ਜਾਂਦੇ ਉਹਨਾਂ ਨੂੰ ਕੀ ਕਹਿੰਦੇ ਹਨ? ਲਗਾਖਰ। ਹੁਣ ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਕੀ ਹੈ? ਭਾਸ਼ਾ ਦੀ ਸਭ ਤੋਂ ਵੱਡੀ ਇਕਾਈ ਜਿਹੜੀ ਹੈ ਉਹ ਵਾਕ ਹੈ, ਅਤੇ ਛੋਟੀ ਇਕਾਈ ਕਿਹੜੀ ਹੈ? ਧੁਨੀ, ਠੀਕ ਹੈ। ਇੱਥੇ ਉਹੀ ਕੁਐਸਚਨ ਆਇਆ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਧੁਨੀ। ਅਗਲਾ ਕੁਐਸਚਨ ਹੈ ਕਿ ਪੰਜਾਬੀ ਵਿੱਚ ਕਿੰਨੀਆਂ ਸਵਰ ਧੁਨੀਆਂ ਹੁੰਦੀਆਂ? ਪੰਜਾਬੀ ਦੇ ਵਿੱਚ ਉਹੀ 10 ਸਵਰ ਧੁਨੀਆਂ ਹੁੰਦੀਆਂ, ਠੀਕ ਹੈ। ਹੁਣ ਕਹਿੰਦੇ ਕਿ ਜਦੋਂ ਹੈਰਾਨੀ, ਖੁਸ਼ੀ, ਗਮੀ ਇਹ ਜਿਹੜਾ ਭਾਵ ਜਦੋਂ ਪ੍ਰਗਟ ਕਰਨਾ ਹੈ ਤਾਂ ਉਸ ਨੂੰ ਵਿਆਕਰਨ ਦੀ ਭਾਸ਼ਾ ਵਿੱਚ ਪ੍ਰਗਟ ਕਰਨ ਲਈ ਕਿਹੜੇ ਚਿੰਨ੍ਹ ਵਰਤੇ ਜਾਂਦੇ ਹਨ? ਉਸ ਨੂੰ ਕੀ ਕਹਿੰਦੇ ਹਨ? ਉਸ ਨੂੰ ਵਿਸਮਿਕ ਚਿੰਨ੍ਹ ਕਹਿੰਦੇ ਹਨ, ਅਤੇ ਇਹ ਇਸ ਦਾ ਨਿਸ਼ਾਨ, ਠੀਕ ਹੈ। ਇਹ ਕੀ ਹੈ? ਵਿਸਮਿਕ ਚਿੰਨ੍ਹ। ਇਸ ਰਾਹੀਂ ਇਹ ਦਰਸਾਇਆ ਜਾਂਦਾ ਹੈ ਖੁਸ਼ੀ, ਗਮੀ, ਹੈਰਾਨੀ ਨੂੰ, ਠੀਕ ਹੈ। ਹੁਣ ਕਹਿੰਦੇ ਕਿ ਜਿਹੜਾ ਬੱਚਾ ਆਪਣੇ ਜਨਮ ਤੋਂ ਹੀ ਆਪਣੀ ਮਾਂ ਕੋਲੋਂ ਸਿੱਖਦਾ ਹੈ ਉਹ ਕਿਹੜੀ ਭਾਸ਼ਾ ਹੁੰਦੀ ਹੈ? ਉਹ ਮਾਤ ਭਾਸ਼ਾ ਹੁੰਦੀ ਹੈ, ਠੀਕ ਹੈ, ਜਾਂ ਫਿਰ ਮਾਂ ਬੋਲੀ, ਠੀਕ ਹੈ। ਹੁਣ ਕਹਿੰਦੇ ਕਿ ਮਾਤ ਭਾਸ਼ਾ ਬੱਚਾ ਕਦੋਂ ਤੋਂ ਸਿੱਖਦਾ ਹੈ? ਜਨਮ ਤੋਂ ਹੀ ਆਪਣੇ ਮਾਂ ਕੋਲੋਂ, ਠੀਕ ਹੈ। ਉਸ ਤੋਂ ਬਾਅਦ ਹੈ ਕਿ ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ, ਠੀਕ ਹੈ। ਤਾਂ ਭਾਸ਼ਾ ਦਾ ਸ਼ੁੱਧ ਅਤੇ ਮਿਆਰੀ ਸਰੂਪ ਨੂੰ ਸਮਝਣ ਦੇ ਲਈ ਸਾਨੂੰ ਵਿਆਕਰਨ ਦੀ ਪੜ੍ਹਾਈ ਦੀ ਲੋੜ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਕੁਐਸਚਨ ਹੈ ਕਿ ਗੁਰਮੁਖੀ ਵਰਨਮਾਲਾ ਦੇ ਕਿੰਨੇ ਅੱਖਰ ਹਨ? ਗੁਰਮੁਖੀ ਵਰਨਮਾਲਾ ਦੇ ਕਿੰਨੇ ਅੱਖਰ ਹਨ? 41। ਅਤੇ ਪਹਿਲਾਂ ਕਿੰਨੇ ਸੀਗੇ? ਤੁਸੀਂ ਇਹ ਕਮੈਂਟ ਵਿੱਚ ਬਤਾਓ ਕਿ ਪਹਿਲਾਂ ਗੁਰਮੁਖੀ ਵਰਨਮਾਲਾ ਦੇ ਕਿੰਨੇ ਅੱਖਰ ਸੀ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਕਿ ਪੰਜਾਬੀ ਦੀ ਟਕਸਾਲੀ ਭਾਸ਼ਾ ਕਿਹੜੀ ਹੈ? ਪੰਜਾਬੀ ਦੀ ਟਕਸਾਲੀ ਭਾਸ਼ਾ, ਇਹ ਆਪਾਂ ਪਿੱਛੇ ਵੀ ਕੁਐਸਚਨ ਕਰਕੇ ਆਇਆ, ਮਾਝੀ ਭਾਸ਼ਾ ਜਿਹੜੀ ਹੈਗੀ ਉਹ ਟਕਸਾਲੀ ਭਾਸ਼ਾ ਹੈਗੀ, ਠੀਕ ਹੈ। ਹੁਣ ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਕੀ ਕਹਿੰਦੇ ਹਨ? ਵਿਆਕਰਨ ਵਿੱਚ ਧੁਨੀਆਂ ਦੀ ਵਿਆਖਿਆ ਕਰਨ ਵਾਲੇ ਭਾਗ ਨੂੰ ਧੁਨੀਬੋਧ ਕਹਿੰਦੇ ਹਨ, ਠੀਕ ਹੈ, ਧੁਨੀਬੋਧ। ਕਹਿੰਦੇ ਵਿਆਕਰਨ ਦਾ ਸਭ ਤੋਂ ਪਹਿਲਾ ਅੰਗ ਕਿਹੜਾ ਹੈ? ਵਿਆਕਰਨ ਦਾ ਜਿਹੜਾ ਸਭ ਤੋਂ ਪਹਿਲਾ ਅੰਗ ਹੈ ਉਹ ਧੁਨੀਬੋਧ ਹੈ, ਠੀਕ ਹੈ। ਹੁਣ ਅਗਲਾ ਕੁਐਸਚਨ ਹੈ ਕਿ ਵਿਆਕਰਨ ਦੇ ਸ਼ਬਦਬੋਧ ਭਾਗ ਅਧੀਨ ਕਿਸ ਦਾ ਅਧਿਐਨ ਕੀਤਾ ਜਾਂਦਾ ਹੈ? ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ, ਅਤੇ ਵਾਕਬੋਧ ਅਧੀਨ ਵਾਕਾਂ ਦਾ ਅਧਿਐਨ ਕੀਤਾ ਜਾਂਦਾ ਹੈ। ਤਾਂ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ? ਜੇਕਰ ਵੀਡੀਓ ਚੰਗੀ ਲੱਗੇ ਹੋਏ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਅਤੇ ਆਪਣੇ ਦੋਸਤਾਂ ਅਤੇ ਮਿੱਤਰਾਂ ਨਾਲ ਇਸ ਨੂੰ ਸ਼ੇਅਰ ਕਰਿਓ ਤਾਂ ਜੋ ਉਹ ਵੀ ਜਿਹੜੇ ਆਪਣੇ ਬੋਰਡ ਦੇ ਪੇਪਰ ਆ ਟਰਮ 2 ਦੇ ਉਹ ਵੀ ਇਸ ਤਿਆਰੀ ਕਰ ਸਕਣ। ਥੈਂਕ ਯੂ।